ਆਓ ਸੁਣੀਏ ਜ਼ੁਬੈਰ ਅਹਿਮਦ ਦੀ ਕਹਾਣੀ ਸਵੈਟਰ। ਮਾਂ ਆਖਦੀ ਏ, ਜਿਸ ਵਰੇ ਅੱਬੀ ਹਸਪਤਾਲ ਡਾਕਟਰਾਂ ਦੀ ਲਾਪਰਵਾਹੀ ਪਾਰੋਂ ਅਖੀਰੀ ਸਾਹ ਪੂਰੇ ਕੀਤੇ, ਉਸ ਵਰੇ ਹੀ ਉਹਨਾਂ ਇਹ ਸਵੈਟਰ ਉਣਿਆ। ਮਾਂ ਸਾਰੀ ਉਮਰ ਸੁਣਾਉਂਦੀ ਰਹੀ, ਤੇਰੇ ਪਿਓ ਨਾ ਹੀ ਮਰਨਾ ਜੇ ਡਾਕਟਰਾਂ ਪੁੱਠਾ ਟੀਕਾ ਨਾ ਲਾਇਆ ਹੁੰਦਾ। ਇਹ ਮਾਂ ਮੇਰੀ ਤੇ ਪਿਓ ਐਵੇਂ ਵਿੱਚ ਆ ਗਏ ਨੇ। ਅਸਲੋਂ ਸਾਰੀ ਗੱਲ ਸਵੈਟਰ ਦੀ ਏ। ਪੋ ਮਾਹੀ ਪਿਓ ਮੋਇਆ ਤੇ ਇਸ ਤੋਂ ਅਗਦੋਂ ਉਹ 1-2 ਮਹੀਨੇ ਤਾਂ ਮੰਜੀ ਤੇ ਲੱਗਾ ਹੀ ਰਿਹਾ ਹੋਣਾ ਏ। ਸਿਆਲ ਤਾਂ ਉਸ ਸ਼ੋਧੇ ਪੂਰਾ ਹੰਡਾਇਆ ਹੀ ਨਾ। ਸਵੈਟਰ ਉਹ ਸਵਾਹ ਪਾਣਾ ਸੀ। ਮਾਂ ਨੇ ਉਸ ਵਰੇ ਬਹੁ ਚਾਵਾਂ ਨਾਲ ਹੱਥੀਂ ਉਹ ਸਵੈਟਰ ਉਣਿਆ ਸੀ। ਅਸੀਂ ਨਿੱਕੇ ਸਾਂ, ਪਰ ਫੇਰ ਵੀ 1-2 ਗੱਲਾਂ ਚੇਤੇ ਨੇ। ਮੁੜ ਜਦੋਂ ਵੀ ਮਾਂ ਪਿਓ ਨੂੰ ਚੇਤੇ ਕਰਨਾ ਤੇ ਇਹੀ ਆਖਣਾ, ਮੈਂ ਕਿੰਨੇ ਚਾਵਾਂ ਨਾਲ ਸਵੈਟਰ ਬਣਾਇਆ, ਤੇਰੇ ਅੱਬੀ ਪਾਇਆ ਹੀ ਨਾ। ਬਸ ਇੱਕ ਵਾਰੀ ਪਾਇਆ ਤੇ ਟਾਂਗੇ ਉੱਤੇ ਅਸੀਂ ਬਾਜ਼ਾਰ ਵੀ ਗਏ। ਬਾਜ਼ਾਰ ਵਿੱਚੋਂ ਕੱਚੀ ਗਿਰੀ ਖਾਧੀ ਤੇ ਤੁਹਾਡੇ ਲਈ ਫਲਾਂ ਲੈਣ ਦਾ ਕੱਪੜਾ ਵੀ ਲਿਆ। ਸਭ ਤੋਂ ਨਿੱਕਾ ਚਾਚਾ ਉਦੋਂ ਅਜੇ ਪੜ੍ਹਦਾ ਸੀ। ਪਿਓ ਦੇ ਗੁਜ਼ਰਨ ਮਗਰੋਂ ਪਿਓ ਦੇ ਕੁਝ ਕੱਪੜੇ ਮਾਂ ਲੋਕਾਂ ਨੂੰ ਵੰਡ ਦਿੱਤੇ। ਕੁਝ ਸਾਂਭ ਲਏ, ਭਈ ਪੁੱਤਰ ਵੱਡੇ ਹੋ ਕੇ ਪਾਣਗੇ। ਪਰ ਉਹ ਸਵੈਟਰ ਨਿੱਕਾ ਚਾਚਾ ਲੈ ਗਿਆ। ਅੱਬੀ ਨਾਲ ਉਹਦਾ ਗੂੜ ਵੀ ਬਹੁ ਸੀ। ਹੁਣ ਤਾਂ ਮੇਰੇ ਵੀ ਧੌਲੇ ਆਵਣ ਲੱਗ ਪਏ ਨੇ, ਪਰ ਉਦੋਂ ਸ਼ੈਵਾਂ ਘੱਟ ਹੁੰਦੀਆਂ ਸਨ ਤੇ ਇੱਕ ਸ਼ੈ ਦੀ ਤਵਾਰੀਖ ਲੋਕਾਂ ਨੂੰ ਚੇਤੇ ਹੁੰਦੀ ਸੀ। ਮੈਨੂੰ ਯਾਦ ਏ, ਪਿਓ ਦੇ ਗੁਜ਼ਰਨ ਪਿੱਛੋਂ ਇੱਕ ਹੋਰ ਚਾਚੇ ਦੇ ਘਰੋਂ ਮਾਂ ਕੁਝ ਸ਼ੈਵਾਂ ਲਿਆਈ ਸੀ, ਜਿਹੜੀਆਂ ਵੰਡ ਦੇ ਵੇਲੇ ਤੋਂ ਉੱਥੇ ਹੀ ਪਈਆਂ ਸਨ। ਉਹਨਾਂ ਵਿੱਚ ਇੱਕ ਵੱਡੀ ਪਿੱਤਲ ਦੀ ਪਰਾਤ, ਇੱਕ ਵੱਡੇ ਪਲੰਗ ਦੇ ਪਾਵੇ, ਬਾਹੀਆਂ ਤੇ ਸੇਰੂ ਸਨ। ਇੱਕ ਵੱਡਾ ਪਿੱਤਲ ਦਾ ਥਾਲ ਤੇ ਬਹੁ ਪੁਰਾਣੀਆਂ ਵੱਡੀਆਂ ਕੁਰਸੀਆਂ। ਮਾਂ ਨੂੰ ਇੱਕ ਸ਼ੈ ਦੀ ਤਵਾਰੀਖ ਯਾਦ ਸੀ। ਇਹ ਪਿੱਤਲ ਦੀ ਪਰਾਤ ਤੇਰਾ ਮਾਮਾ ਧਾਰੀਵਾਲ ਤੋਂ ਲਿਆਇਆ ਸੀ। ਇਹ ਵੱਡਾ ਪਲੰਗ ਤੇਰੇ ਮੀਆਂ ਜੀ ਆਪ ਵਿਹੜੇ ਬਹਿ ਕੇ ਪਿੰਡ ਦੇ ਤਰਖਾਣ ਕੋਲੋਂ ਬਣਵਾਇਆ ਸੀ ਤੇ ਐਨਾ ਗੁੜ ਤੇ ਐਨੀ ਕਣਕ ਉਹਨੂੰ ਦਿੱਤੀ ਸੀ। ਪਲੰਗ ਅਸੀਂ ਲੈ ਤੇ ਆਏ, ਪਰ ਉਹਨੂੰ ਡਾਹਣ ਦੀ ਥਾਂ ਕੋਈ ਨਾ। ਇੱਕੋ ਇੱਕ ਤਾਂ ਕਮਰਾ ਸੀ ਰਹਿਣ ਲਈ। ਅਖੀਰ ਇੱਕ ਥਾਂ ਫਸਾ ਕੇ ਡਾਹ ਹੀ ਲਿਆ ਤੇ ਹੇਠਾਂ ਮਾਂ ਪੁਰਾਣੇ ਟਰੰਕ ਤੇ ਹੋਰ ਸ਼ੈਵਾਂ ਤੂਸ ਦਿੱਤੀਆਂ। ਅਸੀਂ ਤਿੰਨੇ ਭਰਾ ਕਿੰਨੇ ਵਰੇ ਉਸ ਉੱਤੇ ਸੌਂਦੇ ਰਹੇ। 2-4 ਮਹੀਨਿਆਂ ਮਗਰੋਂ ਨਵਾਰ ਢਿੱਲੀ ਹੋ ਜਾਣੀ ਤੇ ਥੱਲੇ ਲਟਕਣ ਲੱਗ ਪੈਣੀ। ਰਾਤੀਂ ਅਸੀਂ ਉੱਤੇ ਸੌਣਾ ਤੇ ਸਾਜਰੇ ਪੁੰਜਿਓਂ ਉੱਠਣਾ। ਪਰ ਕਹਾਣੀ ਤਾਂ ਸਵੈਟਰ ਦੀ ਏ। ਕਿੰਨੇ ਹੀ ਵਰੇ ਮਾਂ ਨੂੰ ਉਹ ਸਵੈਟਰ ਯਾਦ ਰਿਹਾ। ਮਾਂ ਨੂੰ ਰੋਜ਼ ਸਵੇਰੇ ਉੱਠ ਕੇ ਰਾਤ ਦੇ ਸੁਫਨੇ ਸੁਣਾਵਣ ਦੀ ਵੀ ਆਦਤ ਏ। ਮਾਂ ਆਖਣਾ, ਰਾਤੀਂ ਤੇਰੇ ਅੱਬੀ ਨੂੰ ਮੈਂ ਸੁਫਨੇ ਵਿੱਚ ਤੱਕਿਆ। ਉਹਨੇ ਚਿੱਟੇ ਲੀੜੇ ਪਾਏ ਹੋਏ ਸਨ ਤੇ ਮੇਰੇ ਵੱਲ ਤੱਕ ਕੇ ਨਿੰਮਾ ਹੱਸਦੇ ਪਏ ਸਨ। ਸਵੈਟਰ ਉਹਨਾਂ ਉਹ ਪਾਇਆ ਹੋਇਆ ਸੀ। ਨਿੱਕਾ ਚਾਚਾ ਮੇਰਾ ਪੜ੍ਹ ਕੇ ਵੱਡਾ ਅਫਸਰ ਲੱਗ ਗਿਆ। ਉਹਦਾ ਵਿਆਹ ਹੋਇਆ ਤੇ ਉਹਦੇ ਨਾਲ ਸਾਡਾ ਮੇਲ ਘਟ ਗਿਆ। ਪਰ ਵਰੇ ਛਿਮਾਹੀ ਉਹਨੇ ਆਣਾ ਜ਼ਰੂਰ ਤੇ ਜਾਣ ਲੱਗਿਆਂ ਸਾਡਿਆਂ ਸਿਰਾਂ ਉੱਤੇ ਹੱਥ ਫੇਰਨਾ, ਉੱਬਾ ਸਾਹ ਲੈਣਾ ਤੇ ਚੁੱਪ ਕਰਕੇ ਮਾਂ ਦੇ ਹੱਥ ਵਿੱਚ ਕੁਝ ਫੜਾ ਜਾਣਾ। ਕਿੰਨੇ ਵਰੇ ਸਾਡੀ ਇਕੱਲੀ ਖੁਸ਼ੀ ਉਸ ਚਾਚੇ ਦਾ ਵਰੇ ਛਿਮਾਹੀ ਆਵਣ ਸੀ। ਜਦ ਮੈਂ 10ਵੀਂ ਚੰਗੇ ਨੰਬਰਾਂ ਨਾਲ ਪਾਸ ਕੀਤੀ ਤੇ ਨਿੱਕਾ ਚਾਚਾ ਮਿਲਣ ਆਇਆ ਤੇ ਮੇਰੇ ਅੱਗੇ ਪੜ੍ਹਨ ਉੱਤੇ ਜ਼ੋਰ ਪਾਇਆ। ਦੂਜੇ ਚਾਚੇ ਕਈ ਵਰਿਆਂ ਤੋਂ ਆਖਦੇ ਪਏ ਸਨ, ਭਈ ਮੁੰਡਿਆਂ ਨੂੰ ਕੰਮ ਉੱਤੇ ਪਾ ਦੇਵੋ। ਜਾਂਦੇ ਜਾਂਦੇ ਮੇਰੀ ਨਿੱਕੀ ਚਾਚੀ ਕੁਝ ਪੁਰਾਣੇ ਕੱਪੜੇ ਦੇ ਗਈ, ਜਿਸ ਵਿੱਚ ਮਾਂ ਦਾ ਉਣਿਆ ਉਹ ਸਵੈਟਰ ਵੀ ਸੀ। ਜਦ ਮੈਂ ਉਹ ਸਵੈਟਰ ਪਾਇਆ ਤਾਂ ਮਾਂ ਚੁੱਪ ਕਰਕੇ ਦੂਜੇ ਕਮਰੇ ਤੁਰ ਗਈ। ਸਾਨੂੰ ਮਾਂ ਦੀ ਇਸ ਆਦਤ ਦਾ ਪਤਾ ਸੀ। BA ਕਰਨ ਮਗਰੋਂ ਮੇਰੇ ਅੰਦਰ ਅਜਿਹਾ ਪੰਛੀ ਉੱਡਣ ਲੱਗ ਪਿਆ, ਜਿਸ ਨੂੰ ਮੈਂ ਜਾਣਦਾ ਤਾਂ ਨਹੀਂ ਸਾਂ, ਪਰ ਉਹਦੀ ਉਡਾਰੀ ਪਰਦੇਸ ਵੱਲ ਸੀ। ਪਰਦੇਸ ਵੰਝ ਕੇ ਮੈਂ ਕੁਝ ਚਿਰ ਮਗਰੋਂ ਇੰਜ ਦਾ ਹੋ ਗਿਆ ਜਿਵੇਂ ਪੱਖੂ ਰੁੱਖ ਬਿਨਾਂ ਜਾਂ ਚਿੜੀ ਮਿੱਟੀ ਬਿਨਾਂ। ਜਾਂਦੇ ਸਾਰੀ ਤੁਹਾਡੇ ਅੱਗੇ ਕੋਈ ਰੋਟੀ ਤਾਂ ਨਹੀਂ ਢਾ ਦਿੰਦਾ, ਪਰ ਰੋਟੀ ਬਿਨਾਂ ਕੰਮ ਕਿੱਥੇ। ਪਰ ਜੇ ਕੰਮ ਮਿਲੇ ਤਾਂ ਫੇਰ। ਪੈਸੇ ਮੁੱਕੇ ਤਾਂ ਅਸੀਂ ਫੁੱਟਪਾਥ ਉੱਤੇ ਸਾਂ, ਉੱਤੋਂ ਸਿਆਲ ਲਹਿੰਦੇ ਦੇ ਦਿਨ। ਉਹਨਾਂ ਮੁਲਕਾਂ 'ਚ ਜਿਹਨੇ ਸਿਆਲ ਨਹੀਂ ਡਿੱਠਾ ਉਹਨੂੰ ਸਾਰ ਨਹੀਂ।
ਅਖੀਰ ਸਟੇਸ਼ਨ ਦੀ ਜ਼ਮੀਨ ਥੱਲੇ ਦੀ ਉਹ ਥਾਂ ਹੀ ਨਿੱਘੀ ਰਹਿ ਜਾਂਦੀ ਏ ਜਿੱਥੋਂ ਮੈਟਰੋ ਰੇਲ ਗੱਡੀਆਂ ਚੱਲਦੀਆਂ ਹਨ। ਉੱਥੇ ਵੀ ਬਹੁਤੇ ਉਹ ਜਿਹੜੇ ਆਪਣੇ ਦੇਸ਼ ਵਿੱਚ ਪਰਦੇਸੀ ਸਨ। ਬੁੱਢੇ, ਦਾਰੂ ਦੀਆਂ ਮਾਰੀਆਂ ਝੱਲੀਆਂ ਜ਼ਨਾਨੀਆਂ, ਕੰਮੋਂ ਨੱਠੇ ਤੇ ਕੰਮੋਂ ਵਾਂਝੇ ਬੇਕਾਰ ਮੁੰਡੇ, ਸਾਡੇ ਵਰਗੇ ਮਾੜੇ ਮੁਲਕਾਂ ਦੇ ਰੰਗ-ਰੰਗ ਦੇ ਗੱਭਰੂ, ਵਿੱਚ ਅਧਖੜ ਵੀ। ਫੇਰ ਕਈ ਵਾਰੀ ਪੁਲਿਸ ਸਾਨੂੰ ਉੱਥੋਂ ਵੀ ਕੱਢ ਦੇਣਾ ਤਾਂ ਅਸੀਂ ਠੰਡੀ ਸੀਤ ਵਗਦੀ ਰਾਤ ਵਿੱਚ ਤਾਰਕੋਲ ਦੀ ਸੜਕ ਉੱਤੇ ਆ ਖਲੋਣਾ। ਸਵੈਟਰ ਮੈਂ ਉਸ ਵੇਲੇ ਵੀ ਉਹੀ ਪਾਇਆ ਹੁੰਦਾ ਸੀ, ਉੱਤੇ ਇੱਕ ਦੋ ਹੋਰ ਵੀ ਤੇ ਮੁੜ ਉੱਤੇ ਇੱਕ ਮੋਟੀ ਜੈਕਟ। ਪਰ ਕਿੱਥੇ, ਇਹ ਸਾਡੇ ਦੇਸ਼ ਦਾ ਸਿਆਲ ਤਾਂ ਨਹੀਂ ਸੀ। ਸਿਆਲ ਵੀ ਓਬੜ ਤੇ ਚੀਰਵੀਂ ਵਾਹ ਵੀ। ਇੱਕ ਦਿਨ ਸਵੇਰੇ ਸਟੇਸ਼ਨ ਉੱਤੇ ਜਗਰਾਤਾ ਕੱਟ ਕੇ ਮੈਂ ਪਬਲਿਕ ਟਾਇਲਟ ਉੱਤੇ ਮੂੰਹ ਹੱਥ ਧੋਤੇ। ਇੱਕ ਖੈਰਾਤੀ ਗਿਰਜੇ ਵਿੱਚ ਵੇਲੇ ਸਿਰ ਅੱਪੜ ਕੇ ਰੋਟੀ ਲੱਭਣੀ ਸੀ। ਜੇ ਜ਼ਰਾ ਵੀ ਖੁੰਝ ਗਏ ਤੇ ਮੁੜ ਸਾਰਾ ਦਿਨ ਭੁੱਖਿਆਂ। ਕਾਹਲ ਵਿੱਚ ਗਲੋਂ ਲਾ ਕੇ ਟਾਇਲਟ ਦੀ ਕੰਧ ਉੱਤੇ ਟੰਗਿਆ ਸਵੈਟਰ ਭੁੱਲ ਗਿਆ। ਰੋਟੀ ਖਾ ਕੇ ਮੈਨੂੰ ਚੇਤਾ ਆਇਆ, ਨੱਸਿਆ। ਸ਼ੁਕਰ ਏ ਸਵੈਟਰ ਉਥਾਈ ਕੰਧ ਉੱਤੇ ਟੰਗਿਆ ਮੈਨੂੰ ਉਡੀਕਦਾ ਪਿਆ ਸੀ। 2-3 ਘੰਟੇ ਤਾਂ ਲੰਘ ਗਏ ਹੋ ਸਨ। ਜਦ ਕੰਮ ਲੱਭਿਆ ਤਾਂ ਦੇਸ ਦੀਆਂ ਅਜਬ ਗੱਲਾਂ ਚੇਤੇ ਆਵਣ ਲੱਗ ਪਈਆਂ। ਇੱਕ ਸੁਪਨਾ ਕਈ ਵਾਰ ਆਇਆ, ਇੱਕ ਮੂਰਤੀਕਾਰ ਦੀ ਸਟਿਲ ਲਾਈਫ ਵਾਂਗ। ਇੱਕ ਖਾਲੀ ਕਮਰਾ, ਇੱਕ ਮੇਜ਼, ਕੁਝ ਖਾਲੀ ਕੁਰਸੀਆਂ ਪਈਆਂ ਹਨ। ਮੇਜ਼ ਉੱਤੇ ਕੁਝ ਭਾਂਡੇ ਤੇ ਕੁਝ ਅੱਧ-ਪਚੱਧੀਆਂ ਖਾਵਣ ਦੀਆਂ ਸ਼ੈਵਾਂ ਵੀ, ਪਰ ਕੁਰਸੀਆਂ ਉੱਤੇ ਕੋਈ ਜੀ ਨਹੀਂ ਬੈਠਾ। ਇੰਜ ਲੱਗਦਾ ਏ ਜਿਵੇਂ ਹੁਣੇ ਕੋਈ ਇੱਥੋਂ ਉੱਠ ਕੇ ਟੁਰ ਗਿਆ ਏ। ਮੈਂ ਉੱਥੇ ਅੱਪੜਨ ਦੀ ਕਰਨਾ ਵਾਂ, ਪਰ ਮੈਥੋਂ ਅੱਪੜਿਆ ਨਹੀਂ ਜਾਂਦਾ। ਮੈਨੂੰ ਡਾਢੀ ਭੁੱਖ ਲੱਗੀ ਏ। ਮੈਂ ਰੱਜ ਖਾਣਾ ਚਾਹੁੰਦਾ ਹਾਂ, ਪਰ ਮੈਥੋਂ ਰੱਜ ਖਾਣ ਨਹੀਂ ਹੁੰਦਾ। ਮੈਨੂੰ ਸਾਰ ਨਹੀਂ ਪਈ ਮੈਥੋਂ ਆਪਣੇ ਜੀਆਂ ਤੋਂ ਬਿਨਾਂ ਕਦੀ ਰੱਜ ਖਾਵਣ ਨਹੀਂ ਹੋਣਾ। ਕਈ ਗੱਲਾਂ ਚੇਤੇ ਆਣੀਆਂ ਤੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਰੀਜ ਜਾਣੀਆਂ। ਮਾਲ ਰੋਡ ਲਾਹੌਰ ਦੇ ਪੁਰਾਣੇ ਰੁੱਖਾਂ ਵਿੱਚ ਰਹਿਣ ਵਾਲੀ ਵਾਹ, ਫੀਜੇ ਦੇ ਹੋਟਲ ਦੇ ਖਾਲੀ ਬੋਤਲਾਂ ਦੇ ਕਰੇਟ, ਜਿਨ੍ਹਾਂ ਉੱਤੇ ਬਹਿ ਕੇ ਅਸੀਂ ਚਾਹ ਪੀਂਦੇ ਸਾਂ। ਮੀਂਹ ਮਗਰੋਂ ਕ੍ਰਿਸ਼ਨ ਨਗਰ ਦੀਆਂ ਰਾਤ ਦੀਆਂ ਸੁੰਜੀਆਂ ਗਲੀਆਂ ਵਿੱਚ ਖਲੋਤਾ ਵਾਹ ਨਾਲ ਸੱਪ ਵਾਂਗ ਲਹਿਰਾਂਦਾ ਪਾਣੀ। ਉਦਾਸ ਸਟਰੀਟ ਲਾਈਟ ਦੇ ਬਲਬ ਤੇ ਚੁੱਪ ਘਰਾਂ ਵਿੱਚੋਂ ਆਂਦੀ ਨਿੰਮੀ ਲੋ। 1-1.5 ਵਰ੍ਹੇ ਮਗਰੋਂ ਮੈਂ ਰੂਹੋਂ ਵਾਂਝਿਆ ਤੇ ਪਾਲੇ ਮਾਰਿਆ ਦੇਸ਼ ਪਰਤ ਆਇਆ। ਗਲ ਮੇਰੇ ਉਹ ਸਵੈਟਰ ਸੀ। ਮਾਂ ਆਖਿਆ, ਤੂੰ ਤਾਂ ਜਿਵੇਂ ਦਾ ਗਿਆ ਸੈਂ ਉਂਝੇ ਪਰਤ ਆਇਆ ਏ। ਅਖੀਰ ਹੱਥ ਪੈਰ ਮਾਰ ਮੈਂ ਪੜ੍ਹਾਈ ਪੂਰੀ ਕੀਤੀ ਤੇ ਦਾਲ ਰੋਟੀ ਲੱਭਣ ਲੱਗ ਪਈ। ਵੇਲੇ ਨਾਲ ਰੋਟੀ ਨਾਲ ਹੋਰ ਵੀ ਵੱਧਦਾ ਗਿਆ। ਪਿੱਛੇ ਮਾਂ ਦੀ ਇੱਕ ਨੇੜੇ ਦੀ ਰਿਸ਼ਤੇਦਾਰ ਉਹਨਾਂ ਨੂੰ ਮਿਲਣ ਆਈ। ਉਹ ਦੂਜੇ ਸ਼ਹਿਰ ਹੁੰਦੀ ਸੀ ਤੇ ਖਾਵੰਦ ਉਹਦਾ ਪਿੱਛੇ ਜਿਹੇ ਰਿਟਾਇਰ ਹੋਇਆ ਸੀ। ਮਾਂ ਉਹਦੇ ਜਾਵਣ ਮਗਰੋਂ ਆਖਿਆ, ਉਹ ਤੈਨੂੰ ਮਿਲਣ ਆਈ ਸੀ ਆਪਣੇ ਵੱਡੇ ਮੁੰਡੇ ਦੀ ਨੌਕਰੀ ਲਈ। ਚੰਗੇ ਭਲੇ ਸਨ ਉਹ, ਪਰ ਜਦ ਦਾ ਉਹਦਾ ਖਾਵੰਦ ਰਿਟਾਇਰ ਹੋਇਆ ਤੇ ਅਚਨਚੇਤ ਪਤਾ ਚੱਲਿਆ ਪਈ ਉਹਨਾਂ ਕੋਲ ਤਾਂ ਕੁਝ ਵੀ ਨਹੀਂ। ਮਸਾਂ ਸਿਰ ਉੱਤੇ ਛਾਤੀ ਪੂਰੀ ਹੋਈ। ਮਾਂ ਮੇਰੀ ਨਾਲ ਉਹ ਚੁੱਪ ਚਪੀਤੇ ਗੱਲਾਂ ਕਰਦੀ ਰਹੀ। ਅੱਖਾਂ ਤਾਂ ਉਸਦੀਆਂ ਮੈਂ ਸਦਾ ਉਦਾਸ ਹੀ ਡਿੱਠੀਆਂ। ਜਾਵਣ ਲੱਗਿਆਂ ਮਾਂ ਉਹਨੂੰ ਕੁਝ ਪੁਰਾਣੇ ਕੱਪੜੇ ਦਿੱਤੇ ਤੇ ਉਹਨਾਂ ਵਿੱਚ ਉਹ ਸਵੈਟਰ ਵੀ ਸੀ, ਪਰ ਹੁਣ ਉਹ ਬਹੁ ਹੰਡ ਗਿਆ ਸੀ। ਖੌਰੇ ਪਾਣਯੋਗ ਵੀ ਸੀ ਕਿ ਨਾ। ਵਿੱਚੋਂ ਉੱਨ ਲਟਕੇ ਪਈ ਤੇ ਮੋਢੇ ਬਹੁ ਖੁੱਲ੍ਹੇ ਹੋ ਗਏ ਸਨ। ਅਜਬ ਤਰ੍ਹਾਂ ਦਾ ਬੇਢੰਗਾ ਜਿਹਾ ਲੱਗਦਾ ਸੀ। ਮੈਂ ਆਖਿਆ, ਮਾਂ ਪੁਰਾਣੀ ਸ਼ੈ ਵੀ ਚੱਜ ਦੀ ਹੋਣੀ ਚਾਹੀਦੀ ਏ, ਕੋਈ ਇਸ ਨੂੰ ਕਿੰਜ ਪਾ ਸਕਦਾ ਏ। ਪਰ ਉਸ ਜ਼ਨਾਨੀ ਝੱਟ ਉਸ ਸਵੈਟਰ ਦੂਜਿਆਂ ਕੱਪੜਿਆਂ ਵਿੱਚ ਇਹ ਆਖ ਕੇ ਸਾਂਭ ਲਿਆ, ਕਮੀਜ਼ ਹੇਠੋਂ ਪਾਇਆ ਹੀ ਜਾ ਸਕਦਾ ਏ, ਨਾਲੇ ਹੱਥੀਂ ਬਣਾਏ ਸਵੈਟਰਾਂ ਦਾ ਤਾਂ ਨਿੱਘ ਹੀ ਬਹੁ ਹੁੰਦਾ ਏ।